YouTube ਚੈਨਲ ਪੰਜਾਬੀ ਜਰਨੀ ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਅਸੀਂ ਪੜ੍ਹਨ ਜਾ ਰਹੇ ਹਾਂ 12ਵੀਂ ਜਮਾਤ ਦਾ ਪਾਠ ਨੰਬਰ 3 ਪੰਜਾਬ ਦੇ ਰਸਮ ਰਿਵਾਜ। ਇਹ ਰਸਮ ਰਿਵਾਜ ਸਾਡੇ ਪੰਜਾਬੀ ਭਾਈਚਾਰੇ ਦੀ ਪੰਜਾਬੀ ਸੱਭਿਆਚਾਰ ਦੀ ਪਛਾਣ ਹੈ। ਵੱਖ-ਵੱਖ ਭਾਈਚਾਰਿਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸਾਨੂੰ ਰਸਮ ਰਿਵਾਜ ਦੇਖਣ ਨੂੰ ਮਿਲਦੇ ਆ ਤੇ ਆਓ ਇਹਨਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਆਪਾਂ ਸਮਝਣ ਦਾ ਯਤਨ ਕਰੀਏ। ਇਸ ਪਾਠ ਵਿੱਚ ਤੁਹਾਨੂੰ ਪਾਠ ਨੂੰ ਸਮਝਣ ਤੋਂ ਇਲਾਵਾ ਇਹਦੇ ਪ੍ਰਸ਼ਨ ਉੱਤਰ ਵੀ ਮਿਲ ਜਾਣਗੇ। ਤੁਸੀਂ ਇਹਨਾਂ ਨੂੰ ਸਕਰੀਨਸ਼ਾਟ ਲੈ ਕੇ ਆਪਣੀਆਂ ਕਾਪੀਆਂ ਤੇ ਵੀ ਉਤਾਰ ਸਕਦੇ ਹੋ। ਚਲੋ ਸ਼ੁਰੂ ਕਰਦੇ ਹਾਂ ਪਾਠ ਦੇ ਰਸਮ ਰਿਵਾਜ ਦੇ ਜਿਹੜੇ ਪ੍ਰਸ਼ਨ ਉੱਤਰ ਕਰੀਏ। ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਰਸਮ ਰਿਵਾਜ ਕਹਿੰਦੇ ਕਿਹਨੂੰ ਨੇ। ਤਾਂ ਰਸਮ ਰਿਵਾਜ ਕੀ ਹੁੰਦੇ ਪਹਿਲਾਂ ਉਸ ਦੇ ਉੱਤੇ 2 ਮਿੰਟ ਲਵਾਂਗੇ, ਫਿਰ ਉਸ ਤੋਂ ਬਾਅਦ ਆਪਾਂ ਇਹਦੇ ਪ੍ਰਸ਼ਨ ਉੱਤਰ ਜਿਹੜੇ ਉਹ ਪੜਾਂਗੇ। ਤੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਰਸਮ ਰਿਵਾਜ ਸਾਡੇ ਸਮਾਜ ਦੇ ਵਿੱਚ ਵੈਸੇ ਤਾਂ ਹਰ ਵਕਤ ਅਸੀਂ ਰਸਮ ਕੋਈ ਨਾ ਕੋਈ ਨਿਭਾਉਂਦੇ ਆ। ਜਿਵੇਂ ਆਪਾਂ ਨੂੰ ਕਿਹਾ ਜਾਂਦਾ ਕਿ ਬੜਿਆਂ ਨੂੰ ਦਾ ਸਤਿਕਾਰ ਕਰੋ, ਛੋਟਿਆਂ ਨਾਲ ਪਿਆਰ ਕਰੋ, ਹੈਨਾ, ਤੇ ਬੜਿਆਂ ਦੇ ਲਈ ਤੁਸੀਂ ਲਾਈਨ ਦੇ ਵਿੱਚ ਜਗ੍ਹਾ ਦਿਓ, ਠੀਕ ਹੈ ਨਾ। ਹਰ ਜਗ੍ਹਾ ਦੇ ਉੱਤੇ ਆਪਾਂ ਮੱਥਾ ਟੇਕਦੇ ਆ ਜਦੋਂ ਕੋਈ ਸਾਡਾ ਕੋਈ ਵੱਡਾ ਮਿਲਦਾ ਸਾਨੂੰ, ਤੇ ਇਹ ਸਾਰੇ ਦੇ ਸਾਰੇ ਸੰਸਕਾਰ ਨੇ। ਪਰ ਖਾਸ ਕਰਕੇ 3 ਮੌਕੇ ਨੇ। ਇੱਕ ਹੈ ਜਨਮ ਦਾ ਮੌਕਾ, ਇੱਕ ਹੈ ਵਿਆਹ ਦਾ, ਤੇ ਇੱਕ ਹੈ ਮਰਨ ਦਾ ਮੌਕਾ। ਇਹ 3 ਮੌਕਿਆਂ ਤੇ ਸੰਸਕਾਰ ਜਿਹੜੇ ਨੇ ਉਹ ਪੂਰੀ ਤਰ੍ਹਾਂ ਨਾਲ ਸਾਡੇ ਸਾਹਮਣੇ ਉਗੜ ਕੇ ਆਉਂਦੇ ਜੀ, ਠੀਕ ਹੈ ਜੀ। ਤਾਂ ਰਸਮ ਹੁੰਦੇ ਕੀ ਹੈ? ਜਦੋਂ ਮਨੁੱਖ ਪੈਦਾ ਹੋਇਆ ਤਾਂ ਮਨੁੱਖ ਜਿਹੜਾ ਹੈਗਾ ਉਹ ਪਸ਼ੂਆਂ ਦੀ ਤਰ੍ਹਾਂ ਨਹੀਂ ਹੈ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਸਮਾਜ ਦੇ ਨਾਲ ਮਿਲ ਕੇ ਚੱਲਣਾ ਉਸਦੀ ਫਿਤਰਤ ਹੈ। ਤੇ ਜਿਸ ਕਰਕੇ ਉਹ ਕੁਝ ਅਜਿਹੇ ਰੂਲਸ ਐਂਡ ਰੈਗੂਲੇਸ਼ਨ ਅਪਣਾ ਲੈਂਦਾ, ਤੇ ਉਹ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਲਗਾਤਾਰ ਚੱਲਦੇ ਰਹਿੰਦੇ, ਅੱਗੇ ਵੱਧਦੇ ਰਹਿੰਦੇ। ਉਹੀ ਸਾਡੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਰਸਮ ਰਿਵਾਜ ਬਣ ਜਾਂਦੇ ਆ। ਜਿਵੇਂ ਪੁਰਾਣੇ ਟਾਈਮ ਦੇ ਵਿੱਚ ਆਪਾਂ ਦੇਖਦੇ ਆ ਕਿ ਮਨੁੱਖ ਨੇ ਕਿਵੇਂ ਵਿਆਹ ਸ਼ਾਦੀਆਂ ਕੀਤੀਆਂ ਹੋਣਗੀਆਂ, ਠੀਕ ਹੈ ਨਾ। ਅੱਜ ਵਰਗੇ ਸੰਸਕਾਰ ਹੋ ਸਕਦਾ ਉਹਨਾਂ ਦੇ ਨਾ ਹੋਣ। ਪਹਿਲਾਂ ਆਪਾਂ ਸੁਣਦੇ ਹੁੰਦੇ ਆ ਕਿ ਵਰਮਾਲਾ ਪਾਈ ਜਾਂਦੀ ਸੀ, ਮਤਲਬ ਕਿ ਸਵੰਬਰ ਰਚਾਇਆ ਜਾਂਦਾ ਸੀ। ਤਾਂ ਉਸ ਵੇਲੇ ਵਿਆਹ ਦੇ ਜਿਹੜੇ ਰਸਮ ਰਿਵਾਜ ਕੁਝ ਹੋਰ ਤਰ੍ਹਾਂ ਦੇ ਹੁੰਦੇ ਸੀ, ਠੀਕ ਹੈ। ਪਰ ਅੱਜ ਦੇ ਦੇਖਣ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਰਸਮ ਰਿਵਾਜ ਸਾਡੇ ਅਲੱਗ ਤਰ੍ਹਾਂ ਦੇ ਆ। ਪਰ ਇਹ ਵੀ ਗੱਲ ਸਿਲਸਿਲਾ ਲਗਾਤਾਰ ਚੱਲਦਾ ਰਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਸਮ ਰਿਵਾਜ ਫਿਰ ਬਦਲਦੇ ਜਾਣਗੇ। ਤੇ ਜਿਹੜੇ ਕਿ ਸਾਡੇ ਪੰਜਾਬ ਦੇ ਵਿੱਚ ਰਸਮ ਰਿਵਾਜ ਚੱਲਦੇ ਆ, ਅਸੀਂ ਉਹਨਾਂ ਦੀ ਬਾਬਤ ਅਸੀਂ ਗੱਲ ਕਰਨੀ ਹੈ। ਇਹ ਜਿਹੜਾ ਪਾਠ ਹੈਗਾ ਤੁਹਾਡਾ ਪੰਜਾਬ ਦੇ ਰਸਮ ਰਿਵਾਜ, ਉਸ ਦੇ ਆਧਾਰ ਤੇ ਹੀ ਲਿਖਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਸਾਨੂੰ ਕਿਹੜੇ ਰਸਮ ਰਿਵਾਜ ਦੇਖਣ ਨੂੰ ਮਿਲਦੇ ਆ। ਚਲੋ ਆਓ ਆਪਾਂ ਇਦਾਂ ਕਰਦੇ ਹਾਂ, ਹੁਣ ਪ੍ਰਸ਼ਨ ਉੱਤਰ ਪੜ੍ਹਦੇ ਹਾਂ। ਤੋਂ 1 ਤੋਂ ਲੈ ਕੇ ਜਿਹੜੇ ਤੁਹਾਡੇ ਪਹਿਲਾਂ ਵਸਤੂਨਿਸ਼ਟ ਪ੍ਰਸ਼ਨ ਦਿੱਤੇ ਜਾਣਗੇ, ਠੀਕ ਹੈ। ਔਰ ਇਹਦੀ ਤੁਹਾਨੂੰ ਵੀਡੀਓ ਤੁਹਾਨੂੰ ਸਾਹਮਣੇ ਤੁਹਾਨੂੰ ਦਿਖਾਈ ਜਾਏਗੀ, ਔਰ ਨਾਲ ਦੀ ਨਾਲ ਤੁਸੀਂ ਇਸ ਨੂੰ ਜਿਹੜਾ ਹੈ ਆਪਣੇ ਕਾਪੀਆਂ ਦੇ ਉੱਤੇ ਵੀ ਉਤਾਰ ਸਕਦੇ ਆ। ਜਿੱਥੇ ਤੁਸੀਂ ਚਾਹੋ ਉਸ ਨੂੰ ਆਪਣੀ ਵੀਡੀਓ ਨੂੰ ਰੋਕ ਕੇ ਆਪਣੇ ਜਿਹੜੇ ਕੁਐਸਚਨ ਆਨਸਰ ਉਹਨਾਂ ਨੂੰ ਉਤਾਰ ਸਕਦੇ ਆ। ਹਾਂਜੀ, ਵਿੱਚ ਜਿਹੜਾ ਤੁਹਾਡਾ ਪਾਠ ਨੰਬਰ 3 ਹੈ ਪੰਜਾਬ ਦੇ ਰਸਮ ਰਿਵਾਜ, ਇਹਦੇ ਵਿੱਚ ਜਿਹੜੇ 2 ਤਰ੍ਹਾਂ ਦੇ ਪ੍ਰਸ਼ਨ ਉੱਤਰ ਹੈਗੇ ਨੇ। ਪਹਿਲੇ ਜਿਹੜੇ ਪ੍ਰਸ਼ਨ ਉੱਤਰ ਹੈਗੇ ਆ ਉਹ ਹੈਗੇ ਆ ਵਸਤੂਨਿਸ਼ਟ ਪ੍ਰਸ਼ਨ, ਜਿਨ੍ਹਾਂ ਦਾ ਅਸੀਂ ਸਿਰਫ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਉੱਤਰ ਦੇਣਾ ਹੁੰਦਾ, ਠੀਕ ਹੈ ਜੀ। ਇਹਦੇ ਵਿੱਚ ਸਾਨੂੰ 13 ਕੁਐਸਚਨ ਪੜ੍ਹਨ ਨੂੰ ਮਿਲਣਗੇ। ਤੇ ਇਸੇ ਤਰੀਕੇ ਨਾਲ ਪ੍ਰਸ਼ਨ ਨੰਬਰ 2 ਹੈ, ਇਸ ਵਿੱਚ ਸਾਨੂੰ 8 ਪ੍ਰਸ਼ਨ ਪੜ੍ਹਨੇ ਨੂੰ ਮਿਲਣਗੇ। ਔਰ ਇਹਦਾ ਜਿਹੜਾ ਉੱਤਰ ਹੈ ਸਾਨੂੰ ਲੰਮਾ ਥੋੜਾ ਲਿਖਣਾ ਹੁੰਦਾ ਤਾਂ ਜੋ ਸਾਨੂੰ ਇਹਦੇ ਵਿੱਚੋਂ 4 ਨੰਬਰ ਪ੍ਰਾਪਤ ਹੋ ਜਾਣ। ਪੇਪਰਾਂ ਵਿੱਚ ਸਾਡੇ 4 ਨੰਬਰ ਦੇ ਪ੍ਰਸ਼ਨ ਉੱਤਰ ਆਉਂਦੇ ਆ। ਤਾਂ ਚਲੋ ਆਪਾਂ ਬਿਨਾਂ ਸਮਾਂ ਗਵਾਏ ਆਪਾਂ ਆਪਣੇ ਪ੍ਰਸ਼ਨ ਉੱਤਰ ਸਟਾਰਟ ਕਰਦੇ ਹਾਂ। ਪਹਿਲਾਂ ਵਸਤੂਨਿਸ਼ਟ ਪ੍ਰਸ਼ਨ ਪੜਾਂਗੇ। ਹਾਂਜੀ, ਪਹਿਲਾ ਪ੍ਰਸ਼ਨ ਹੈ, ਇਹਦਾ ਊੜਾ ਭਾਗ ਹੈ। ਪੰਜਾਬ ਦੇ ਰਸਮ ਰਿਵਾਜ ਪਾਠ ਦੇ ਆਧਾਰ ਤੇ ਦੱਸੋ ਕਿ ਜੀਵਨ ਨਾਟਕ ਦੀਆਂ ਝਾਕੀਆਂ ਦੇ ਰੰਗ ਮੰਚ ਆਮ ਤੌਰ ਤੇ ਕਿਹੜੇ ਹੁੰਦੇ ਹਨ। ਤੇ ਇਹਦਾ ਉੱਤਰ ਹੈਗਾ ਜਨਮ, ਵਿਆਹ ਅਤੇ ਮਰਨ। ਇਹ 3 ਮੌਕੇ ਹੀ ਹੈ ਜਦੋਂ ਸਾਡੇ ਰੰਗ ਮੰਚ ਬਣਦੇ ਨੇ ਜੀਵਨ ਦੀਆਂ ਝਾਕੀਆਂ ਦੇ। ਉਸ ਤੋਂ ਬਾਅਦ ਐੜਾ ਹੈਗਾ, ਮੁੱਢਲਾ ਮਨੁੱਖ ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਕਰਨ ਸਮੇਂ ਦੈਵੀ ਤਾਕਤਾਂ ਨੂੰ ਕਿਉਂ ਰਿਝਾਉਂਦਾ ਸੀ। ਤਾਂ ਉੱਤਰ ਹੈ ਡਰ ਦੇ ਕਾਰਨ, ਕਿਉਂਕਿ ਉਹ ਡਰਦਾ ਸੀ, ਇਸ ਕਰਕੇ ਉਹਨਾਂ ਨੂੰ ਰਿਝਾਉਂਦਾ ਸੀ, ਮਤਲਬ ਪਤਿਆਉਂਦਾ ਸੀ। ਪ੍ਰਸ਼ਨ ਨੰਬਰ 20, ਪੰਜਾਬ ਦੇ ਰਸਮ ਰਿਵਾਜਾਂ ਦੀ ਸਾਂਭ ਸੰਭਾਲ ਦਾ ਵਰਣਨ ਕਰਨਾ ਕਿਉਂ ਜ਼ਰੂਰੀ ਹੋ ਗਿਆ ਹੈ। ਕਿਉਂਕਿ ਸਾਨੂੰ ਡਰ ਹੈ ਕਿ ਇਹ ਲੁਪਤ ਹੋ ਜਾਣਗੇ, ਇਸ ਕਰਕੇ, ਠੀਕ ਹੈ ਜੀ। ਸੱਸਾ, ਬਿਰਖ ਦੀ ਟਾਹਣੀ ਜਾਂ ਹਰੀ ਘਾਹ, ਜਿਸ ਨੂੰ ਦੁੱਬ ਵੀ ਆਖਦੇ ਹਨ, ਚੰਗੇ ਸ਼ਗਨਾਂ ਦੀ ਸੂਚਕ ਮੰਨੀ ਜਾਂਦੀ ਹੈ। ਇਹਦਾ ਉੱਤਰ ਹਾਂ ਜਾਂ ਨਹੀਂ ਵਿੱਚ ਦੇਣਾ। ਤੇ ਇਹਦਾ ਉੱਤਰ ਹਾਂ, ਕਿਉਂਕਿ ਹਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਚੰਗੇ ਸ਼ਗਨ ਦੀ ਨਿਸ਼ਾਨੀ ਮੰਨਿਆ ਜਾਂਦਾ। ਹਾਹਾ ਪ੍ਰਸ਼ਨ ਹੈ, ਬੱਚੇ ਦੇ ਜਨਮ ਤੋਂ ਬਾਅਦ ਕਿਹੜੀਆਂ 2 ਰੀਤੀਆਂ ਕੀਤੀਆਂ ਜਾਂਦੀਆਂ ਹਨ। ਇਹ 2 ਰੀਤੀਆਂ ਹੈਗੀਆਂ ਜੀ, ਇੱਕ ਤਾਂ ਗੁੜਤੀ ਦੀ ਰਸਮ ਹੈ ਤੇ ਇੱਕ ਛਟੀ ਦੀ ਰਸਮ ਹੈ। ਇਹ 2 ਮਹੱਤਵਪੂਰਨ ਰਸਮਾਂ ਨੇ ਜੋ ਜਨਮ ਤੋਂ ਬਾਅਦ ਕੀਤੀਆਂ ਜਾਂਦੀਆਂ। ਅਗਲਾ ਪ੍ਰਸ਼ਨ ਹੈ, ਹਿੰਦੂ ਪਰਿਵਾਰਾਂ ਵਿੱਚ ਬੱਚੇ ਦਾ ਮੁੰਡਨ ਸੰਸਕਾਰ ਕਦੋਂ ਕੀਤਾ ਜਾਂਦਾ ਹੈ। ਤੇ ਇਹਦਾ ਉੱਤਰ ਹੈਗਾ 3 ਤੋਂ 5 ਸਾਲ ਦੀ ਉਮਰ ਵਿੱਚ। ਖੱਖਾ, ਅੱਜ ਕੱਲ ਕੁੜੀਆਂ ਮਾਪਿਆਂ ਉੱਤੇ ਭਾਰ ਨਾ ਹੋ ਜਾਣ ਕਾਰਨ ਉਹਨਾਂ ਦਾ ਘਰ ਵਿੱਚ ਕੀ ਸਥਾਨ ਬਣ ਗਿਆ ਹੈ।
ਇਹਦਾ ਉੱਤਰ ਹੈਗਾ ਉਹਨਾਂ ਦਾ ਜਿਹੜਾ ਸਥਾਨ ਹੈ ਸਤਿਕਾਰਯੋਗ ਹੋ ਗਿਆ ਹੈ। ਗੱਗਾ, ਮੁੰਡੇ ਕੁੜੀ ਦੇ ਜਵਾਨ ਹੋਣ ਤੇ ਵਿਆਹ ਤੋਂ ਪਹਿਲਾਂ ਕਿਹੜੀ ਰਸਮ ਕੀਤੀ ਜਾਂਦੀ ਹੈ? ਇਹਦਾ ਉੱਤਰ ਹੈ ਕੁੜਮਾਈ। ਘੱਗਾ, ਵਿਆਹ ਤੋਂ ਪਹਿਲਾਂ ਉਹ ਕਿਹੜੀ ਵੱਡੀ ਰੀਤ ਹੈ ਜਿਹੜੀ ਬੰਨਣੇ ਤੇ ਬੰਨਣੀ ਦੋਹਾਂ ਲਈ ਕੀਤੀ ਜਾਂਦੀ ਹੈ? ਤੇ ਉਹ ਰੀਤ ਹੈਗੀ ਜੀ ਵਟਣੇ ਦੀ। ਹਾਂਜੀ, ਅਗਲਾ ਪ੍ਰਸ਼ਨ ਹੈ ਜੀ, ਸ਼ਗਨ ਪਵਾਉਣ ਵਾਲੀ ਕੁੜੀ ਲਈ ਲਾਲ ਪਰਾਂਦੀ ਕਿਸ ਚੀਜ਼ ਦੀ ਨਿਸ਼ਾਨੀ ਮੰਨੀ ਜਾਂਦੀ ਹੈ? ਤੇ ਇਹਦਾ ਉੱਤਰ ਹੈਗਾ ਸਗਾਈ ਜਾਂ ਕੁੜਮਾਈ ਦੀ, ਕਿਉਂਕਿ ਉਹ ਹਮੇਸ਼ਾ ਜਦ ਸਗਾਈ ਜਾਂ ਕੁੜਮਾਈ ਤੋਂ ਬਾਅਦ ਹੀ ਉਹ ਲਾਲ ਪਰਾਂਦੀ ਪਾਉਂਦੀ ਹੈ ਜੋ ਉਹਨੂੰ ਸਹੁਰਿਆਂ ਵੱਲੋਂ ਆਈ ਹੋਈ ਹੁੰਦੀ ਹੈ। ਅਗਲਾ ਪ੍ਰਸ਼ਨ ਹੈ, ਹੰਗਾਮੇ ਸਮੇਂ ਕਿਹੜੀ ਰਸਮ ਕੀਤੀ ਜਾਂਦੀ ਹੈ? ਤੇ ਇਹਦਾ ਉੱਤਰ ਹੈਗਾ ਦਸਤਾਰਬੰਦੀ। ਅਗਲਾ ਪ੍ਰਸ਼ਨ ਹੈਗਾ, ਮੁਸਲਮਾਨ ਮ੍ਰਿਤਕ ਦੇਹ ਲਈ ਕਿਹੜੀ ਰਸਮ ਕਰਦੇ ਹਨ? ਤੇ ਉੱਤਰ ਹੈਗਾ ਦਫਨਾਉਣ ਦੀ, ਕਿਉਂਕਿ ਉਹ ਮੁਰਦੇ ਨੂੰ ਦਫਨਾ ਦਿੰਦੇ ਨੇ। ਇਸੇ ਤਰ੍ਹਾਂ ਨਾਲ ਲਾਸਟ ਵਾਲਾ ਕੁਐਸਚਨ 1 ਨੰਬਰ ਦਾ ਜਿਹੜਾ ਹੈਗਾ ਜੱਜਾ, ਇਹ ਖਾਲੀ ਸਥਾਨ, ਜਿਹਦੇ ਵਿੱਚ 3 ਖਾਲੀ ਸਥਾਨ ਤੁਹਾਡੇ ਸਾਹਮਣੇ ਨਜ਼ਰ ਆ ਰਹੇ, ਜਿੱਥੇ ਤੋਂ ਡੈਸ਼ ਤੋਂ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਡੈਸ਼ ਦੇ ਬਾਹਰ ਪਏ ਡੈਸ਼ ਦੇ ਤੀਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ। ਤੇ ਇਹਦਾ ਉੱਤਰ ਹੈਗਾ ਕਪਾਲ ਕਿਰਿਆ ਤੋਂ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਦੇ ਤੀਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ। ਹਾਂਜੀ ਬੱਚਿਓ, ਪ੍ਰਸ਼ਨ ਨੰਬਰ 2 ਜਿਹੜਾ ਹੈਗਾ ਉਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਪ੍ਰਸ਼ਨ ਹੈ, ਪ੍ਰਸ਼ਨ ਨੰਬਰ ਊੜਾ, ਮਨੁੱਖੀ ਜੀਵਨ ਵਿੱਚ ਰਸਮ ਰਿਵਾਜਾਂ ਦਾ ਕੀ ਮਹੱਤਵ ਹੈ? ਇਹ ਤੁਹਾਡੇ 4 ਨੰਬਰ ਵਾਲੇ ਕੁਐਸਚਨ ਹੁਣ ਸ਼ੁਰੂ ਹੋ ਗਏ। ਤਾਂ ਇਹਦਾ ਉੱਤਰ ਹੈਗਾ ਰਸਮ ਰਿਵਾਜ, ਰਹੋ ਰੀਤਾਂ ਤੇ ਸੰਸਕਾਰ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ, ਸੱਧਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਭਾਈਚਾਰਕ ਜੀਵਾਂ ਦੇ ਜਨਮ, ਮਰਨ ਤੇ ਵਿਆਹ ਸ਼ਾਦੀ ਦੇ ਮੌਕੇ ਤੇ ਇਹਨਾਂ ਦਾ ਅਸਲੀ ਰੂਪ ਸਾਹਮਣੇ ਆਉਂਦਾ ਹੈ। ਇਹ ਆਪਾਂ ਗੱਲ ਕਰ ਚੁੱਕੇ ਹਾਂ, ਕਿਉਂਕਿ ਇਹ ਜਨਮ, ਮਰਨ ਤੇ ਵਿਆਹ 3 ਮੌਕੇ ਨੇ। ਵੱਖ-ਵੱਖ ਮੌਕਿਆਂ ਤੇ ਨਿਭਾਏ ਜਾਂਦੇ ਇਹ ਰਸਮ ਰਿਵਾਜ ਜਿੱਥੇ ਜਨਮ ਅਤੇ ਵਿਆਹ ਵਰਗੀ ਸਮੇਂ ਦੀ ਖੁਸ਼ੀ ਨੂੰ ਦੁੱਗਣਾ ਚੌਗਣਾ ਵਧਾ ਦਿੰਦੇ ਹਨ, ਉੱਥੇ ਹੀ ਦਿਲਚਸਪ ਅਤੇ ਮੇਲ ਮਿਲਾਪ ਭਰਪੂਰ ਵੀ ਬਣਾਉਣ ਵਿੱਚ ਮਦਦ ਕਰਦੇ ਹਨ। ਤੇ ਇਸ ਦੇ ਨਾਲ ਹੀ ਮੌਤ ਵਰਗੀ ਦੁਖਦਾਈ ਘਟਨਾ ਨੂੰ ਆਸਾਨੀ ਨਾਲ ਸਹਿ ਜਾਣ ਦਾ ਹੌਸਲਾ ਵੀ ਪ੍ਰਦਾਨ ਕਰਦੇ ਹਨ। ਇਹ ਇਹਨਾਂ ਦੀ ਮੇਨ ਗੱਲ ਹੈਗੀ ਆ, ਇਹਨਾਂ ਦਾ ਮਹੱਤਵ ਹੈ ਕਿ ਇਹ ਖੁਸ਼ੀਆਂ ਨੂੰ ਵਧਾ ਦਿੰਦੇ। ਜਦੋਂ 4 ਬੰਦਿਆਂ ਦੇ ਨਾਲ 10 ਬੰਦੇ ਹੋਰ ਜੁੜ ਜਾਂਦੇ ਤਾਂ ਖੁਸ਼ੀ ਵੱਧ ਜਾਂਦੀ ਹੈ, ਤੇ ਜਦੋਂ ਮੌਤ ਵਰਗੀ ਘਟਨਾ ਹੁੰਦੀ ਹੈ ਤਾਂ ਉੱਥੇ ਫਿਰ ਸਾਡੇ ਦੋਸਤ ਮਿੱਤਰ ਯਾਰ ਸਾਡੇ ਰਿਸ਼ਤੇਦਾਰ ਆ ਕੇ ਸਾਨੂੰ ਹੌਸਲਾ ਦਿੰਦੇ ਤੇ ਉਹ ਸਾਡਾ ਗਮ ਜਿਹੜਾ ਘਟ ਜਾਂਦਾ। ਇਸ ਤਰ੍ਹਾਂ ਇਹ ਰਸਮ ਰਿਵਾਜ ਜ਼ਿੰਦਗੀ ਵਿੱਚ ਉਸਾਰੂ ਭੂਮਿਕਾ ਨਿਭਾਉਂਦੇ ਹਨ, ਪਰ ਇਹ ਕੇਵਲ ਦਿਖਾਵਾ ਬਣ ਜਾਣ, ਜੇਕਰ ਇਹ ਕੇਵਲ ਦਿਖਾਵਾ ਬਣ ਜਾਣ ਤਾਂ ਇਹ ਸਮਾਜ ਲਈ ਨੁਕਸਾਨਦਾਇਕ ਵੀ ਬਣ ਜਾਂਦੇ ਹਨ। ਇਹ ਰਸਮਾਂ ਜੇ ਦਿਖਾਵਾ ਬਣ ਜਾਣ ਤੇ ਇਹ ਦੁਖਦਾਈ ਬਣ ਜਾਂਦੀਆਂ ਨੇ ਸਮਾਜ ਵਾਸਤੇ। ਜਿਵੇਂ ਇਹ 'ਚ ਐਗਜ਼ਾਮਪਲ ਦਿੱਤੀ ਜਾ ਸਕਦੀ ਹੈ, ਜਿਵੇਂ ਕਿਹਾ ਜਾ ਸਕਦਾ ਹੈ ਕਿ ਜਿਵੇਂ ਦਾਜ ਦਹੇਜ ਦੀ ਰਸਮ ਵਿੱਚ ਦੇਖਿਆ ਜਾ ਸਕਦਾ, ਕਿਉਂਕਿ ਦਾਜ ਦਹੇਜ ਦੀ ਰਸਮ ਜਿਹੜੀ ਹੈ ਪਹਿਲਾਂ ਤਾਂ ਬੜੀ ਵਧੀਆ ਤਰੀਕੇ ਨਾਲ ਚੱਲਦੀ ਰਹੀ, ਕਿਉਂਕਿ ਇਹ ਗਿਫਟ ਹੁੰਦਾ ਸੀ, ਕੁੜੀ ਨੂੰ ਦਿੰਦੇ ਸੀ, ਪਰ ਬਾਅਦ ਵਿੱਚ ਇਹ ਸਮਾਜ ਵਿੱਚ ਬਹੁਤ ਘਿਨਾਉਣਾ ਰੂਪ ਧਾਰਨ ਕਰ ਗਈ ਸੀ ਤੇ ਫਿਰ ਇਹਨੂੰ ਕਾਨੂੰਨੀ ਰੂਪ ਦੇ ਵਿੱਚ ਬੰਦ ਕਰ ਦਿੱਤਾ ਗਿਆ। ਹਾਂਜੀ ਬੱਚਿਓ, ਅਗਲਾ ਪ੍ਰਸ਼ਨ ਹੈ, ਰਸਮ ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਹਨ? ਤੇ ਉੱਤਰ ਹੈਗਾ ਇਹ ਸੰਸਕਾਰ ਕਿਵੇਂ ਉਪਜੇ, ਇਹਨਾਂ ਦੇ ਪਿੱਛੇ ਕੀ ਮਨੋਰਥ ਕੰਮ ਕਰ ਰਹੇ ਸਨ। ਇਹ ਬੜਾ ਦਿਲਚਸਪ ਵਿਸ਼ਾ ਹੈ, ਮਤਲਬ ਕਿ ਆਪਾਂ ਹੁਣ ਪੜਾਂਗੇ। ਇਹ 3 ਕਾਰਨ ਮੈਨੂੰ ਸਮਝ ਆਏ ਜਿਹੜੇ ਤੁਹਾਡੀ ਕਿਤਾਬ ਦੇ ਵਿੱਚੋਂ, ਉਹ ਤੁਹਾਡੇ ਸਾਹਮਣੇ ਹੈ। ਸਭ ਤੋਂ ਪਹਿਲੀ ਗੱਲ ਹੈ ਕਿ ਮੁੱਢਲੇ ਮਨੁੱਖ ਨੂੰ ਦੈਵੀ ਤਾਕਤਾਂ ਦਾ ਭੈ ਸਾਥੋਂ ਜ਼ਿਆਦਾ ਲੱਗਦਾ ਸੀ। ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਇਹਨਾਂ ਦੇਵੀ ਦੇਵਤਿਆਂ ਨੂੰ ਪਤਿਆਉਣ ਤੇ ਰਿਝਾਉਣ ਕਰਕੇ ਹੋਇਆ। ਯਾਨੀ ਕਿ ਆਪਾਂ ਕਹਿ ਸਕਦੇ ਹਾਂ ਪੁਰਾਣਾ ਮਨੁੱਖ ਜ਼ਿਆਦਾ ਡਰਦਾ ਸੀ, ਭੈਭੀਤ ਹੁੰਦਾ ਸੀ ਪ੍ਰਕਿਰਤੀ ਤੋਂ, ਠੀਕ ਹੈ ਨਾ। ਅੱਗ ਤੋਂ ਉਹਨੂੰ ਜ਼ਿਆਦਾ ਡਰ ਲੱਗਦਾ ਸੀ, ਠੀਕ ਹੈ, ਪਾਣੀ ਤੋਂ ਉਹਨੂੰ ਜ਼ਿਆਦਾ ਡਰ ਲੱਗਦਾ, ਇਸ ਕਰਕੇ ਉਹਨਾਂ ਦੀ ਮਨਮਨੌਤਾ ਕਰਦਾ ਰਿਹਾ ਤੇ ਹੌਲੀ ਹੌਲੀ ਰਸਮਾਂ ਬਣ ਗਈਆਂ। ਇਸੇ ਤਰੀਕੇ ਨਾਲ ਦੂਜਾ ਪੁਆਇੰਟ ਹੈਗਾ ਕਿ ਕੁਝ ਸੰਸਕਾਰ ਜਨਮ ਅਤੇ ਵਿਆਹ ਵਰਗੀਆਂ ਖੁਸ਼ੀਆਂ ਦੇ ਪ੍ਰਗਟਾਵੇ ਵਿੱਚੋਂ ਵੀ ਪੈਦਾ ਹੋਏ ਤੇ ਕੁਝ ਮੌਤ ਵਰਗੇ ਦੁੱਖ ਵਿੱਚੋਂ ਵੀ ਨਿਕਲੇ ਸਿੱਧ ਹੁੰਦੇ ਹਨ। ਯਾਨੀ ਕਿ ਬੰਦਾ ਖੁਸ਼ ਹੈ ਤੇ ਖੁਸ਼ੀਆਂ ਮਨਾ ਰਿਹਾ, ਤੇ ਜੇ ਬੰਦਾ ਗਮ ਦੇ ਵਿੱਚ ਚਲਾ ਗਿਆ ਤਾਂ ਉਹ ਦੁੱਖ ਮਨਾ ਰਿਹਾ, ਤੇ ਇਹਦੇ ਵਿੱਚੋਂ ਸਾਡੇ ਬਹੁਤ ਸਾਰੇ ਰਸਮ ਰਿਵਾਜ ਬਣ ਗਏ। ਤੀਸਰਾ ਕਾਰਨ ਸਾਨੂੰ ਕਿਤਾਬ ਦੇ ਵਿੱਚੋਂ ਪਤਾ ਲੱਗਦਾ ਕਿ ਮਨੂ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ 4 ਭਾਗਾਂ ਵਿੱਚ ਵੰਡਿਆ ਗਿਆ। 25-25 ਸਾਲ ਦੇ 4 ਭਾਗ ਕੀਤੇ ਗਏ, ਬ੍ਰਹਮਚਰਜ, ਗ੍ਰਸਥ, ਬਾਨਪ੍ਰਸਥ ਤੇ ਸੰਨਿਆਸ। ਤੇ ਇਹਦੇ ਵਿੱਚੋਂ ਜਦੋਂ ਇੱਕ ਬੱਚੋਂ ਦੂਸਰੇ ਦੇ ਵਿੱਚ ਜਾਂਦਾ ਸੀ ਮਨੁੱਖ, ਤੇ ਉਹਨੂੰ ਬਹੁਤ ਸਾਰੇ ਸੰਸਕਾਰ ਕਰਨੇ ਪੈਂਦੇ ਸਨ, ਠੀਕ ਹੈ ਨਾ। ਤਾਂ ਇਸੇ ਕਰਕੇ ਵੀ ਬਹੁਤ ਸਾਰੇ ਰਸਮ ਰਿਵਾਜ ਪੈਦਾ ਹੋ ਗਏ, ਤੇ ਇਹ ਆਪਾਂ ਲਾਸਟ ਵਿੱਚ ਕਹਿ ਸਕਦੇ ਹਾਂ ਹੁਣ ਇਹਨਾਂ ਵਿੱਚੋਂ ਬਹੁਤੇ ਸੰਸਕਾਰ ਸਾਡੇ ਭਾਈਚਾਰੇ ਵਿੱਚੋਂ ਲੋਪ ਹੁੰਦੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਇਹਨਾਂ ਦੀ ਸਾਂਭ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੋ ਗਈ ਹੈ। ਹਾਂਜੀ, ਅਗਲਾ ਪ੍ਰਸ਼ਨ ਆ ਗਿਆ ਜੀ, ਪੰਜਾਬ ਵਿੱਚ ਜੀਵ ਦੇ ਜਨਮ ਨਾਲ ਸੰਬੰਧਿਤ ਕਿਹੜੇ-ਕਿਹੜੇ ਰਸਮ ਰਿਵਾਜ ਹੈਗੇ ਨੇ? ਤਾਂ ਉੱਤਰ ਹੈਗਾ ਪਹਿਲੇ ਸਮੇਂ ਵਿੱਚ ਪ੍ਰੇਤ ਰੂਹਾਂ ਤੋਂ ਬਚਣ ਲਈ ਗਰਭ ਦੇ 3, 5 ਜਾਂ 7ਵੇਂ ਮਹੀਨੇ ਵਿੱਚ ਗਰਭ ਸੰਸਕਾਰ ਕੀਤਾ ਜਾਂਦਾ ਸੀ। ਇਹ ਪਹਿਲੇ ਸੰਸਕਾਰ ਦਾ ਨਾਮ ਹੈ ਗਰਭ ਸੰਸਕਾਰ। ਇਸਤਰੀ ਦੇ ਪੱਲੇ ਵਿੱਚ ਅਨਾਜ ਬੰਨਿਆ ਜਾਂਦਾ ਸੀ ਤੇ ਉਸ ਨੂੰ ਉਹ ਰਿੰਨ ਕੇ ਆਪ ਵੀ ਖਾਂਦੀ ਸੀ ਤੇ ਭਾਈਚਾਰੇ ਵਿੱਚ ਵੰਡਦੀ ਸੀ। ਇਹ ਸੀ ਗਰਭ ਸੰਸਕਾਰ। ਫਿਰ ਉਸ ਤੋਂ ਬਾਅਦ ਦੂਜਾ ਆ ਜਾਂਦਾ ਵੀ ਜਣੇਪੇ ਦੀਆਂ ਰਸਮਾਂ ਵਿੱਚ ਜਣੇਪੇ ਤੋਂ ਪਿੱਛੋਂ
ਬੱਚਾ ਤੇ ਜੱਚਾ ਨੂੰ ਧੂਫ ਦਿੱਤੀ ਜਾਂਦੀ ਸੀ, ਮਤਲਬ ਧੂਫ ਬਾਲ ਕੇ ਰੱਖਿਆ ਜਾਂਦਾ ਸੀ ਤੇ ਦੀਵਾ ਬਾਲਿਆ ਜਾਂਦਾ ਸੀ, ਜਿਹੜਾ 10 ਦਿਨ ਤੱਕ ਲਗਾਤਾਰ ਬਲਦਾ ਰਹਿੰਦਾ ਸੀ। ਮੁੰਡਾ ਜੰਮਿਆ ਹੋਵੇ ਤਾਂ ਪਿੰਡ ਦੇ ਲਾਗੀ ਤੇ ਭਾਈਚਾਰੇ ਦੇ ਲੋਕ ਆ ਕੇ ਵਧਾਈਆਂ ਦੇ ਕੇ ਜਾਂਦੇ ਸਨ। ਜਨਮ ਤੋਂ ਪਿੱਛੋਂ ਗੁੜਤੀ ਦੀ ਰਸਮ ਬੜੀ ਮਹੱਤਵਪੂਰਨ ਮੰਨੀ ਜਾਂਦੀ ਸੀ। ਇਹ ਬਹੁਤ ਵਾਰੀ ਤੁਹਾਨੂੰ 1 ਨੰਬਰ ਦਾ ਕੁਐਸਚਨ ਵੀ ਆ ਜਾਏਗਾ। ਬੱਚੇ ਦੇ ਜਨਮ ਤੋਂ ਇੱਕਦਮ ਬਾਅਦ ਕੋਈ ਚੀਜ਼ ਜਿਵੇਂ ਗੁੜ, ਸ਼ਹਿਦ ਜਾਂ ਦੁੱਧ ਆਦਿ ਉਸਦੇ ਮੂੰਹ ਨੂੰ ਲਾ ਦਿੱਤਾ ਜਾਂਦਾ ਸੀ ਤੇ ਲਗਾ ਕੇ ਚਟਾ ਦਿੱਤਾ ਜਾਂਦਾ ਸੀ। ਤੇ ਕੋਈ ਇਹੋ ਜਿਹਾ ਬੰਦਾ ਕਰਦਾ ਸੀ ਇਹ ਕੰਮ ਜਿਹੜਾ ਬੰਦਾ ਸਮਾਜ ਦੇ ਵਿੱਚ ਚੰਗਾ ਰੁਤਬਾ ਰੱਖਦਾ ਸੀ, ਜਿਹਦੇ ਲਈ ਮਾਂ ਸਮਝਦੀ ਸੀ ਕਿ ਇਹ ਬੰਦਾ ਮੇਰਾ ਹੈ, ਇਹਦੇ ਵਰਗਾ ਸੁਭਾਅ ਮੇਰੇ ਬੱਚੇ ਦਾ ਹੋਵੇ। ਤੇ ਸਮਝਿਆ ਵੀ ਜਾਂਦਾ ਸੀ ਕਿ ਗੁੜਤੀ ਜਿਹੜਾ ਬੰਦਾ ਦਿੰਦਾ ਉਹਦੇ ਸੁਭਾਅ ਦਾ ਕੋਈ ਨਾ ਕੋਈ ਅਸਰ ਉਸ ਬੱਚੇ ਤੇ ਵੀ ਹੋ ਜਾਂਦਾ ਹੈ। ਅਗਲਾ ਹੈਗਾ ਜੀ ਜਣੇਪੇ ਤੋਂ 5 ਦਿਨ ਪਿੱਛੋਂ, ਯਾਨੀ ਕਿ ਜਨਮ ਤੋਂ 5 ਦਿਨ ਪਿੱਛੋਂ ਪੰਜਵੇਂ ਨਹਾਉਣ ਦੀ ਰੀਤ ਸੀ। ਤੇ ਆਖਰੀ 2 ਗੱਲਾਂ, 6ਵੇਂ ਦਿਨ ਚੌਂਕ ਪੂਰ ਕੇ ਮਾਂ ਨੂੰ ਰੋਟੀ ਖਵਾਈ ਜਾਂਦੀ ਸੀ। ਇਸ ਰੀਤ ਨੂੰ ਪੰਜਾਬ ਵਿੱਚ ਛੱਡੀ ਕਹਿੰਦੇ ਸਨ। ਇਹ ਵੀ ਮੰਨਿਆ ਜਾਂਦਾ ਕਿ ਜੇਕਰ ਮਾਂ ਰੱਜ ਕੇ ਰੋਟੀ ਖਾਵੇ ਤਾਂ ਉਸਦੇ ਬੱਚੇ ਦੀ ਨੀਤ ਜਿਹੜੀ ਹੈ ਹਮੇਸ਼ਾ ਭਰੀ ਰਹਿੰਦੀ ਹੈ। ਤੇ ਲਾਸਟ ਗੱਲ ਆ ਜਾਂਦੀ ਵੀ ਜਨਮ ਤੋਂ ਪਿੱਛੋਂ 13ਵੇਂ ਦਿਨ, ਇਹ ਲਾਸਟ ਰਸਮ ਆਪਾਂ ਮੰਨ ਸਕਦੇ ਹਾਂ ਵੀ 13ਵੇਂ ਦਿਨ ਬਾਹਰ ਵਧਾਉਣ ਦੀ ਰੀਤ ਕੀਤੀ ਜਾਂਦੀ ਸੀ। ਇਸ ਦਿਨ ਪਿੰਡ ਦੇ ਲਾਗੀ ਤੇ ਭਾਈਚਾਰੇ ਦੇ ਹੋਰ ਬੰਦੇ ਬੱਚੇ ਨੂੰ ਪਹਿਲੀ ਵਾਰੀ ਦੇਖ ਸਕਦੇ ਸਨ, ਮਤਲਬ ਕਿ ਬੱਚੇ ਨੂੰ ਤੇ ਮਾਂ ਨੂੰ ਬਾਹਰ ਕੱਢਿਆ ਜਾਂਦਾ ਸੀ ਤੇ ਲੋਕ ਉਸ ਨੂੰ ਦੇਖ ਸਕਦੇ ਸੀ। ਤੇ ਇਹ ਦਿਨ ਨਾ ਬਾਹਰ ਕੱਢਣ ਦਾ ਕਾਰਨ ਸ਼ਾਇਦ ਇਹਦੇ ਪਿੱਛੇ ਇਹੀ ਹੋਏਗਾ ਕਿ ਬੱਚੇ ਦੀ ਇਮਿਊਨਿਟੀ ਕਿਉਂਕਿ ਸਟਰੋਂਗ ਨਹੀਂ ਹੁੰਦੀ, ਇਸ ਕਰਕੇ ਉਸ ਨੂੰ ਬਾਹਰ ਨਾ ਕੱਢਿਆ ਜਾਵੇ। ਤਾਂ ਪੁਰਾਣੇ ਲੋਕ ਥੋੜਾ ਦੂਸਰੇ ਤਰੀਕੇ ਨਾਲ ਇਸ ਨੂੰ ਕਰ ਲੈਂਦੇ ਸਨ। ਹਾਂਜੀ, ਅਗਲਾ ਪ੍ਰਸ਼ਨ ਹੈ, ਪਹਿਲੇ ਸਮੇਂ ਵਿੱਚ ਮੁੰਡੇ ਅਤੇ ਕੁੜੀ ਦੇ ਜੰਮਣ ਦੇ ਰਸਮ ਰਿਵਾਜਾਂ ਦੇ ਪੱਖ ਤੋਂ ਕੀ ਵਿਤਕਰਾ ਸੀ ਤੇ ਹੁਣ ਇਹ ਵਿਤਕਰਾ ਕਿਵੇਂ ਘਟ ਰਿਹਾ ਹੈ? ਇਹ ਬੜਾ ਸੌਖਾ ਕੁਐਸਚਨ ਹੈ ਔਰ ਬਹੁਤ ਇੰਪੋਰਟੈਂਟ ਵੀ ਹੈ। ਤਾਂ ਉੱਤਰ ਹੈਗਾ, ਇਹ ਸੌਖਾ ਬਹੁਤ ਵਧੀਆ ਆਪਣੇ ਕੋਲੋਂ ਵੀ ਲਿਖਿਆ ਜਾ ਸਕਦਾ। ਜਿਵੇਂ ਦੱਸਿਆ ਹੈ ਕਿ ਪਹਿਲੇ ਸਮਿਆਂ ਵਿੱਚ ਇਹ ਸਾਰੇ ਚਾਮਲਾ ਜਿਹੜੇ ਆਪਾਂ ਉੱਪਰ ਕੀਤੇ ਕਿ ਮੁੰਡੇ ਦੇ ਜੰਮਣ ਤੇ ਵਧਾਈਆਂ ਦਿੱਤੀਆਂ ਜਾਂਦੀਆਂ ਸਨ, ਠੀਕ ਹੈ। ਤਾਂ ਇਹ ਸਾਰੇ ਚਾਮਲਾਰ ਰਸਮਾਂ ਰੀਤਾਂ ਮੁੰਡਿਆਂ ਦੇ ਲਈ ਹੀ ਕੀਤੀਆਂ ਜਾਂਦੀਆਂ ਸਨ। ਧੀ ਜੰਮਦੀ ਸੀ ਤਾਂ ਮਾਪਿਆਂ ਦੇ ਭਾਅ ਦਾ ਪਹਾੜ ਡਿੱਗ ਪੈਂਦਾ ਸੀ। ਨਾ ਕੋਈ ਵਧਾਈ ਦੇਣ ਆਉਂਦਾ ਸੀ ਤੇ ਨਾ ਹੀ ਕੋਈ ਲੱਡੂ ਵੰਡੇ ਜਾਂਦੇ ਸਨ। ਧੀਆਂ ਦਾ ਨਾਮਕਰਨ ਸੰਸਕਾਰ ਵੀ ਕੋਈ ਨਹੀਂ ਸੀ ਹੁੰਦਾ। ਕੰਨ ਵਿੰਨ ਸੰਸਕਾਰ ਵੀ ਨਾ ਮਾਤਰ ਦਾ ਹੁੰਦਾ ਸੀ। ਕੰਨ ਵਿੰਨੇ ਜਾਂਦੇ ਆ ਤਾਂ ਉਹਦਾ ਵੀ ਮਾੜਾ ਜਿਹਾ ਇੱਕ ਕੀਤਾ ਜਾਂਦਾ। ਕੋਈ ਵਣਜਾਰਾ ਵੰਗਾਂ ਚੜਾਉਣ ਵਾਸਤੇ ਆਉਂਦਾ ਸੀ ਤੇ ਕੰਨ ਵਿੰਨ ਜਾਂਦਾ ਸੀ। ਕੁੜੀਆਂ ਉਸ ਨੂੰ ਕੋਈ ਗੁੜ ਦੀ ਭੇਲੀ ਦੇ ਦਿੰਦੀਆਂ ਸਨ। ਆਪਣੀ ਤੇ ਮਾਂ ਤੋਂ ਉਹ ਦਵਾਨੀ ਜਾਂ ਤਵਾਨੀ ਲੈ ਕੇ ਦੇ ਦਿੰਦੀਆਂ ਸਨ, ਠੀਕ ਹੈ ਜੀ। ਪਰ ਹੁਣ ਧੀਆਂ ਪ੍ਰਤੀ ਦ੍ਰਿਸ਼ਟੀਕੋਣ ਬਦਲ ਰਿਹਾ ਹੈ। ਛੋਟੇ ਪਰਿਵਾਰਾਂ ਦੀ ਲੋੜ ਦੇਖੋ ਜੀ, ਹੁਣ ਅੱਜ ਕੱਲ ਆਪਾਂ ਦੇਖਦੇ ਕਿ ਸਾਡੇ ਪਰਿਵਾਰ ਜਿਹੜੇ ਬੜੇ ਛੋਟੇ ਹੋ ਚੁੱਕੇ ਆ ਤੇ ਛੋਟੇ ਪਰਿਵਾਰਾਂ ਦੀ ਲੋੜ ਨੇ ਜਿਹੜਾ ਹੈ ਮਾਪਿਆਂ ਦਾ ਜਿਹੜਾ ਦ੍ਰਿਸ਼ਟੀਕੋਣ ਉਹ ਬਦਲ ਦਿੱਤਾ ਹੈਗਾ, ਠੀਕ ਹੈ ਜੀ। ਤੇ ਮਾਪਿਆਂ ਦਾ ਰੁਝਾਨ ਬਦਲ ਦਿੱਤਾ ਹੈ। ਉਂਝ ਵੀ ਧੀਆਂ ਪੜ੍ਹਨ ਲਿਖਣ ਤੇ ਕਮਾਉਣ ਲੱਗ ਪਈਆਂ ਹਨ। ਭਾਰ ਨਾ ਬਣਨ ਕਾਰਨ ਵੀ ਇਹਨਾਂ ਦਾ ਘਰ ਦੇ ਵਿੱਚ ਸਤਿਕਾਰਯੋਗ ਸਥਾਨ ਹੋ ਗਿਆ ਹੈ। ਇਹ 1 ਨੰਬਰ ਦਾ ਕੁਐਸਚਨ ਵੀ ਹੈ ਵੀ ਸਤਿਕਾਰਯੋਗ ਸਥਾਨ ਜਿਹੜਾ ਕੁੜੀਆਂ ਨੂੰ ਮਿਲਣ ਲੱਗ ਗਿਆ ਹੈ। ਤੁਸੀਂ ਇਹ 'ਚ ਇਹ ਵੀ ਜੋੜ ਸਕਦੇ ਹੋ ਹੁਣ ਉਹਨਾਂ ਦੀ ਲੋਹੜੀ ਵੀ ਬੜੇ ਧੂਮਧਾਮ ਨਾਲ ਮਨਾਈ ਜਾਂਦੀ ਹੈ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਦੇ ਜਿਹੜੇ ਪੁਆਇੰਟ ਤੁਸੀਂ ਆਪਣੇ ਕੋਲੋਂ ਵੀ ਐਡ ਕਰ ਸਕਦੇ ਹੋ। ਹਾਂਜੀ, ਅਗਲਾ ਪ੍ਰਸ਼ਨ ਹੈ ਜੀ, ਪੰਜਾਬ ਵਿੱਚ ਵਿਆਹ ਦੇ ਰਸਮ ਰਿਵਾਜ ਕਿਹੜੇ-ਕਿਹੜੇ ਹਨ? ਪਹਿਲਾਂ ਇਹ ਕਿਹੜੇ-ਕਿਹੜੇ ਸਨ, ਅੱਜ ਵੀ ਥੋੜੇ ਬਹੁਤੇ ਇਹਨਾਂ ਵਿੱਚੋਂ ਦੇਖਣ ਨੂੰ ਮਿਲ ਜਾਂਦੇ ਨੇ। ਤਾਂ ਉੱਤਰ ਹੈਗਾ, ਮੁੰਡੇ ਕੁੜੀ ਦੇ ਜਵਾਨ ਹੋਣ ਤੇ ਵਿਆਹ ਦੀਆਂ ਰਸਮਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਰੋਕਣ ਜਾਂ ਠਾਕਣ ਦੀ ਰਸਮ ਹੁੰਦੀ ਹੈ ਤੇ ਪਹਿਲੇ ਸਮੇਂ ਵਿੱਚ ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ 1 ਰੁਪਈਆ ਭੇਜ ਦਿੰਦੇ ਸਨ। ਵਰ ਲੱਭ ਕੇ ਨਾਤਾ ਤੈਅ ਹੋਣ ਪਿੱਛੋਂ ਕੁੜਮਾਈ ਜਾਂ ਸਗਾਈ ਦੀ ਰਸਮ ਹੁੰਦੀ ਹੈ। ਇਹ ਦੂਜੀ ਰਸਮ ਹੈ, ਠੀਕ ਹੈ ਜੀ। ਪਹਿਲਾਂ ਠਾਕਾ ਜਾਂ ਕੁੜਮਾਈ, ਦੂਜੀ ਹੈ ਪਹਿਲਾਂ ਹੈਗਾ ਰੋਕਣ ਜਾਂ ਠਾਕਣਾ, ਦੂਜੀ ਹੈਗੀ ਕੁੜਮਾਈ ਦੀ ਰਸਮ। ਫਿਰ ਪਹਿਲੇ ਸਮੇਂ ਵਿੱਚ ਕੁੜੀ ਵਾਲੇ ਨਾਈ ਦੇ ਹੱਥ ਖੰਮਣੀ, ਰੁਪਈਆ, 5 ਮਿਸ਼ਰੀ ਦੇ ਕੁੱਜੇ, 5 ਛੁਹਾਰੇ, ਕੇਸਰ ਆਦਿ ਭੇਜ ਦਿੰਦੇ ਸਨ। ਇਸ ਤੋਂ ਪਿੱਛੋਂ ਜਦ ਵਿਆਹ ਵਿੱਚ ਥੋੜੇ ਦਿਨ ਰਹਿ ਜਾਂਦੇ ਸਨ ਤਾਂ ਕੁੜੀ ਵਾਲੇ ਸਾਹੇ ਚਿੱਠੀ ਜਾਂ ਲਗਨ ਲਿਖਵਾਉਂਦੇ ਤੇ ਮੁੰਡੇ ਵੱਲ ਭੇਜਦੇ ਸਨ। ਇਹ ਤੀਜੀ ਰੀਤ ਹੋ ਗਈ ਮੇਨ। ਫਿਰ ਉਸ ਤੋਂ ਬਾਅਦ ਸਾਹੇ ਦੀ ਚਿੱਠੀ ਆਉਣ ਤੋਂ ਪਿੱਛੋਂ ਦੋਹਾਂ ਘਰਾਂ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। 7 ਜਾਂ 9 ਦਿਨ ਪਹਿਲਾਂ ਕੜਾਹੀ ਚੜਾਈ ਜਾਂਦੀ ਸੀ। ਇੱਥੇ ਕੜਾਹੀ ਚੜਾਉਣ ਦਾ ਮਤਲਬ ਹੈ ਵੀ ਜਿਹਦੇ ਚ ਗੁਲਗੁਲੇ ਤਿਆਰ ਕੀਤੇ ਜਾਂਦੇ ਆ। ਫਿਰ ਉਹ ਗੁਲਗੁਲੇ ਜਿਹੜੇ ਨੇ ਔਰ ਮਠਿਆਈ ਤਿਆਰ ਕੀਤੀ ਜਾਂਦੀ ਹੈ। ਇਹ ਮਠਿਆਈ ਤੇ ਗੁਲਗੁਲੇ ਜਿਹੜੀ ਹੈ ਮੁੰਡੇ ਦੀ ਮਾਂ ਜਿਹੜੀ ਹੈ ਖਾਸ ਕਰਕੇ ਆਪਣੇ ਨਾਨਕੇ ਦੇ ਪਰਿਵਾਰ ਦੇ ਵਿੱਚ ਲੈ ਕੇ ਜਾਂਦੀ ਸੀ। ਇਦਾਂ ਹੀ ਕੁੜੀ ਦੇ ਪਰਿਵਾਰ ਵਾਲੀ ਮਾਂ ਜਿਹੜੀ ਆਪਣੇ ਨਾਨਕੇ ਛੱਕ ਨਾਲੇ ਉਹਨਾਂ ਨੂੰ ਵਿਆਹ ਦਾ ਨਿਉਤਾ ਦੇ ਕੇ ਆਉਂਦੇ ਸੀ ਤੇ ਤਾਂ ਹੀ ਉਹ ਫਿਰ ਆਉਂਦੇ ਸੀ। ਫਿਰ ਉਸ ਤੋਂ ਬਾਅਦ ਆ ਗਏ ਜੇ ਦੂਜੇ ਦਿਨ ਜਿਹੜਾ ਹੈ ਮੁੰਡੇ ਨੂੰ ਆਖਰੀ ਬਟਨਾ ਮਲ ਕੇ ਨੁਹਾ ਦਿੰਦੇ ਸਨ। ਮਤਲਬ ਵਿਆਹ ਤੋਂ ਜਿਹੜਾ ਹੈ ਇੱਕ ਜਿੱਦਣ ਉਹ ਨਾਨਕ ਸ਼ੱਕ ਆਉਂਦਾ ਸੀ ਉਸ ਤੋਂ ਅਗਲੇ ਦਿਨ ਦੂਜੇ ਦਿਨ ਫਿਰ ਉਸ ਨੂੰ ਮਾਮੇ ਦੀ ਲਿਆਂਦੀ ਹੋਈ ਪੋਸ਼ਾਕ ਪਹਿਨਾਈ ਜਾਂਦੀ ਸੀ ਜਾਂ ਹੈ। ਇਸ ਤੋਂ ਪਿੱਛੋਂ ਮੁੰਡੇ ਦੇ ਸਿਰ ਉੱਤੇ ਮੋੜ, ਮੁਕਟ
ਤੇ ਮੱਥੇ ਤੇ ਸਿਹਰਾ ਬੰਨ ਦਿੰਦੇ ਹਨ। ਇਸ ਤੋਂ ਪਿੱਛੋਂ ਘੋੜੀ ਦੀ ਰੀਤ ਕੀਤੀ ਜਾਂਦੀ ਹੈ। ਇਹ ਤੁਹਾਨੂੰ ਪਤਾ ਹੀ, ਜਿੱਦਣ ਵਿਆਹ ਚੜ੍ਹਦੇ ਆ ਤਾਂ ਉਸ ਦਿਨ ਘੋੜੀ ਦੀ ਰੀਤ ਹੁੰਦੀ ਹੈ। ਘੋੜੀ ਚੜ੍ਹਨ ਤੋਂ ਪਹਿਲਾਂ ਮੁੰਡੇ ਦੀ ਭਰਜਾਈ ਸੁਰਮਾ ਪਾ ਕੇ ਉਸ ਤੋਂ ਸੁਰਮਾ ਪਵਾਈ ਵੀ ਲੈ ਲੈਂਦੀ ਹੈ, ਯਾਨੀ ਕਿ ਇੱਥੇ ਸ਼ਗਨ ਦੀ ਗੱਲ ਕੀਤੀ ਜਾ ਰਹੀ ਹੈ। ਜਦ ਜੰਝ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਹੈ, ਹੁਣ ਕੁੜੀ ਦੇ ਜਿਹੜੀ ਪਰਿਵਾਰ ਦੇ ਵਿੱਚ ਜਿਹੜਾ ਮੁੰਡਾ ਹੈ ਤਿਆਰ ਹੋ ਕੇ ਪਹੁੰਚ ਜਾਂਦਾ, ਤੇ ਉੱਥੇ ਫਿਰ ਸਭ ਤੋਂ ਪਹਿਲਾਂ ਕੀ ਹੁੰਦਾ, ਪੰਚਾਇਤ ਸਵਾਗਤ ਵਿੱਚ ਖੜੀ ਹੁੰਦੀ ਹੈ ਤੇ ਮਿਲਣੀ ਕੀਤੀ ਜਾਂਦੀ ਹੈ। ਵਿਆਹ ਵਿੱਚ ਫੇਰਿਆਂ ਦੀ ਰਸਮ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਇਹ ਵੀ ਤੁਹਾਨੂੰ ਪਤਾ ਵੀ ਵਿਆਹ ਜਿਹੜਾ ਹੈ ਬਿਨਾਂ ਫੇਰਿਆਂ ਤੋਂ ਸੰਪੰਨ ਨਹੀਂ ਹੁੰਦਾ, ਤਾਂ ਬੜੀ ਇਹ ਮਹੱਤਵਪੂਰਨ ਹੈਗੀ ਇਹ ਗੱਲ। ਉਸ ਤੋਂ ਬਾਅਦ ਇਹ ਫੇਰੇ ਜਿਹੜੇ ਨੇ ਹਿੰਦੂ ਪਰਿਵਾਰਾਂ ਦੇ ਵਿੱਚ ਅਗਨੀ ਦੇ ਦੁਆਲੇ ਲਏ ਜਾਂਦੇ, ਤੇ ਸਿੱਖ ਪਰਿਵਾਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਜਿਹੜੇ ਫੇਰੇ ਲਏ ਜਾਂਦੇ, ਜਿਸ ਨੂੰ ਆਪਾਂ ਆਨੰਦ ਕਾਰਜ ਵੀ ਆਖ ਦਿੰਦੇ ਹਾਂ। ਠੀਕ ਹੈ ਜੀ। ਅੱਗੇ ਆ ਜਾਂਦਾ ਵੀ ਇਸ ਤੋਂ ਪਿੱਛੋਂ ਜੰਝ ਵਿਦਾ ਕਰ ਦਿੱਤੀ ਜਾਂਦੀ ਹੈ। ਮਾਮਾ ਕੁੜੀ ਨੂੰ ਚੁੱਕ ਕੇ ਰੋਂਦੀ ਕੁਰਲਾਉਂਦੀ ਨੂੰ ਡੋਲੇ ਵਿੱਚ ਬਿਠਾ ਆਉਂਦਾ ਹੈ। ਅਗਲਾ ਜਿਹੜਾ ਪ੍ਰਸ਼ਨ ਹੈਗਾ ਉਹਦੇ ਵਿੱਚ ਇਹ ਚ ਹੁਣ ਆਪਾਂ ਵਿਆਹ ਤੱਕ ਦੇ ਜਿਹੜੇ ਹੈਗੇ ਆ ਉਹੀ ਮਤਲਬ ਮੁੰਡੇ ਦੇ ਕੁੜੀ ਦੇ ਘਰ ਜਿਹੜੇ ਪ੍ਰੋਗਰਾਮ ਹੋਏ ਜਿੱਥੇ ਤੱਕ ਉਹ ਡੋਲੀ ਵਿਦਾ ਹੋਈ, ਉਸ ਤੋਂ ਬਾਅਦ ਦੇ ਅਗਲੇ ਜਿਹੜੇ ਮੁੰਡੇ ਦੇ ਪਰਿਵਾਰ ਵਿੱਚ ਆ ਕੇ ਵਿਆਹ ਤੋਂ ਪਿੱਛੋਂ ਹੁੰਦੇ ਨੇ ਉਹਨਾਂ ਦੇ ਲਈ ਅਲੱਗ ਪ੍ਰਸ਼ਨ ਤੁਹਾਨੂੰ ਮਿਲੇਗਾ। ਉਸ ਤੋਂ ਅਗਲਾ ਜਿਹੜਾ ਪ੍ਰਸ਼ਨ ਹੈ, ਇੱਥੇ ਇੱਕ ਪ੍ਰਸ਼ਨ ਬਹੁਤ ਜ਼ਿਆਦਾ ਮੇਨ ਹੈਗਾ ਜਿਹਦਾ ਨੰਬਰ ਕੋਈ ਨਹੀਂ, ਇਹਦੇ ਵਿੱਚ ਇਹ ਅਲੱਗ ਤੋਂ ਕਈ ਵਾਰ ਆ ਜਾਂਦਾ ਵੀ ਪੰਜਾਬ ਵਿੱਚ ਵਿਆਹ ਦੇ ਰਸਮ ਰਿਵਾਜਾਂ ਵਿੱਚ ਹੁਣ ਕੀ ਤਬਦੀਲੀ ਆਈ ਹੈ। ਤੇ ਇਸ ਦਾ ਉੱਤਰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ ਕਿ ਅੱਜ ਕੱਲ੍ਹ ਵਿਆਹ ਦੀਆਂ ਰਸਮਾਂ ਵਿੱਚ ਬਹੁਤ ਤਬਦੀਲੀ ਦੇਖੀ ਜਾ ਸਕਦੀ ਹੈ। ਵਿਆਹ ਹੁਣ ਪਹਿਲਾਂ ਨਾਲੋਂ ਬੜੇ ਖਰਚੀਲੇ ਹੋ ਚੁੱਕੇ ਹਨ। ਪਹਿਲਾਂ ਰੋਕਾ ਤੇ ਕੁੜਮਾਈ ਰੁਪਈਆ ਦੇ ਕੇ ਘੇਰ ਦਿੱਤੀ ਜਾਂਦੀ ਸੀ, ਲੇਕਿਨ ਅੱਜ ਕੱਲ੍ਹ ਇਸ ਤੇ ਲੱਖਾਂ ਦਾ ਖਰਚ ਆਉਂਦਾ ਹੈ। ਤੁਸੀਂ ਦੇਖਿਆ ਹੀ ਹੋਣਾ ਕਿ ਅੱਜ ਕੱਲ ਲੋਕੀ 1 ਰੁਪਈਆ ਨਾ ਦੇ ਕੇ ਹਜ਼ਾਰਾਂ ਲੱਖਾਂ ਰੁਪਏ ਵੀ ਦੇ ਦਿੰਦੇ ਨੇ। ਵਰਮਾਲਾ ਅਤੇ ਪੱਛਮੀ ਪ੍ਰਭਾਵ ਅਧੀਨ ਰਿੰਗ ਸੈਰਮਨੀ ਦਾ ਰਿਵਾਜ ਬਿਲਕੁਲ ਨਵਾਂ ਹੈ। ਪਹਿਲਾਂ ਸਾਡੇ ਰਿਵਾਜ ਇਹ ਨਹੀਂ ਸੀ ਹੁੰਦਾ ਰਿੰਗ ਸੈਰਮਨੀ ਵਾਲਾ। ਠੀਕ ਹੈ ਜੀ। ਤੋ ਜੋ ਪਹਿਲਾਂ ਦੇ ਪੰਜਾਬੀ ਸੱਭਿਆਚਾਰ ਵਿੱਚ ਕਿਤੇ ਵੀ ਨਹੀਂ ਮਿਲਦਾ। ਅੱਜ ਕੱਲ ਦੇ ਵਿਆਹਾਂ ਦੇ ਖਰਚ ਅਤੇ ਠਾਕੇ ਕੁੜਮਾਈ ਦੇ ਖਰਚ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਰਿਹਾ, ਯਾਨੀ ਕਿ ਵਿਆਹ ਦਾ ਖਰਚਾ ਉਨਾ ਹੀ ਪੈ ਜਾਂਦਾ ਜਿੰਨਾ ਕਿ ਕੁੜਮਾਈ ਦਾ ਹੁੰਦਾ, ਉਨਾ ਕੀ ਜਿਹੜਾ ਹੈ ਠਾਕੇ ਦਾ ਹੁੰਦਾ। ਨਾ ਅੱਜ ਕੱਲ ਕੁੜਮਾਈ ਵਾਲੀ ਕੁੜੀ ਲਾਲ ਪਰਾਂਦੀ ਬੰਨਦੀ ਹੈ ਤੇ ਨਾ ਹੀ 7 ਸੁਹਾਗਣਾਂ ਇਕੱਠੀਆਂ ਕਰਨ ਦਾ ਰਿਵਾਜ ਰਿਹਾ ਹੈ। ਇਹਦਾ ਕਾਰਨ ਇਹਦੇ ਪਿੱਛੇ ਵੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਆਪਣੇ ਕੰਮ ਹੁੰਦੇ ਆ, ਤਾਂ ਕੰਮਾਂ ਵਿੱਚ ਰੁੱਝੇ ਹੋਏ ਲੋਕ, ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਇਸ ਗੱਲ ਨੂੰ ਮਤਲਬ ਕਿ 7 ਜਣੇ ਇਕੱਠੇ ਹੋਣ, 7 ਸੁਹਾਗਣਾਂ ਇਕੱਠੀਆਂ ਕੀਤੀਆਂ ਜਾਣ। ਇਸੇ ਤਰੀਕੇ ਨਾਲ ਅੱਗੇ ਚੱਲ ਜਾਂਦੇ ਆਪਾਂ ਵੀ ਸਾਹੇ ਚਿੱਠੀ ਮਗਰੋਂ ਜਿਹੜੀ ਮੁੰਡਾ ਹੈ ਤੇ ਕੁੜੀ ਨੂੰ ਡਿਊਟੀ ਕਰਨ ਦੇ ਲਈ ਬਾਹਰ ਵੀ ਜਾਣਾ ਪੈਂਦਾ। ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਸਾਹੇ ਚਿੱਠੀ ਆ ਜਾਂਦੀ ਹੁੰਦੀ ਸੀ ਤੇ ਰੋਕ ਦਿੱਤਾ ਜਾਂਦਾ ਸੀ, ਮੁੰਡਾ ਤੇ ਕੁੜੀ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ, ਉਹ ਕਿਸੇ ਨਾਲ ਹੱਸ ਖੇਡ ਨਹੀਂ ਸਕਦੇ, ਠੀਕ ਹੈ, ਕਿਤੇ ਜਾ ਨਹੀਂ ਸਕਦੇ। ਪਰ ਅੱਜ ਕੱਲ ਮਜਬੂਰੀ ਇਹ ਹੋ ਚੁੱਕੀ ਹੈ ਕਿ ਸਾਹੇ ਚਿੱਠੀ ਤੋਂ ਬਾਅਦ ਵੀ ਮਜਬੂਰੀ ਦੇ ਵਿੱਚ ਲੋਕਾਂ ਨੂੰ ਆਪਣੇ ਕੰਮਕਾਰ ਕਰਨੇ ਹੀ ਪੈਂਦੇ ਨੇ। ਅੱਗੇ ਚੱਲਦੇ ਹਾਂ। ਆਪਣਾ ਮੁੰਡਾ ਤੇ ਕੁੜੀ ਬਟਨਾ ਲਵਾਉਣ ਦੀ ਜਗ੍ਹਾ ਪਾਰਲਰ ਜਾਣਾ ਜਿਹੜਾ ਉਹ ਜ਼ਿਆਦਾ ਪਸੰਦ ਕਰਨ ਲੱਗ ਪਏ ਹਨ। ਅੱਜ ਕੱਲ ਵਿਆਹ ਤੋਂ ਪਹਿਲਾਂ ਕੜਾਹੀ ਚੜਾਉਣ ਦੀ ਥਾਂ ਕਿਸੇ ਚੰਗੀ ਦੁਕਾਨ ਤੋਂ ਮਠਿਆਈ ਲੈ ਲਈ ਜਾਂਦੀ ਹੈ। ਇਸੇ ਤਰ੍ਹਾਂ ਵਿਆਹ ਜਿਹੜਾ ਹੈ ਘਰਾਂ ਵਿੱਚ ਨਾ ਹੋ ਕੇ ਮੈਰਿਜ ਪੈਲਸਾਂ ਵਿੱਚ ਹੋ ਰਹੇ ਹਨ। ਹੁਣ ਮਾਮਾ ਕੁੜੀ ਨੂੰ ਚੁੱਕ ਕੇ ਫੇਰਿਆਂ ਤੇ ਨਹੀਂ ਲੈ ਕੇ ਜਾਂਦਾ ਤੇ ਨਾ ਡੋਲੀ ਵਿੱਚ ਬਿਠਾਉਂਦਾ ਹੈ, ਬਲਕਿ ਕੁੜੀ ਆਪਣੇ ਆਪ ਸਹੇਲੀਆਂ ਦੇ ਨਾਲ ਹੀ ਉੱਥੇ ਪਹੁੰਚ ਜਾਂਦੀ ਹੈ। ਯਾਨੀ ਕਿ ਫੇਰਿਆਂ ਸਮੇਂ ਵੀ ਕੁੜੀ ਆਪਣੀਆਂ ਸਹੇਲੀਆਂ ਦੇ ਨਾਲ ਆ ਜਾਂਦੀ ਹੈ ਤੇ ਇਸੇ ਤਰੀਕੇ ਨਾਲ ਜਦ ਡੋਲੀ ਜਾਂਦੀ ਹੈ ਉਸ ਵੇਲੇ ਵੀ। ਪਹਿਲਾਂ ਇਸ ਰੀਤ ਨੂੰ ਮਾਮਾ ਨਿਭਾਉਂਦਾ ਹੁੰਦਾ ਸੀ, ਕਿਉਂਕਿ ਇੱਕ ਤਾਂ ਕੁੜੀ ਦੇ ਚਿਹਰੇ ਦੇ ਉੱਤੇ ਘੁੰਡ ਹੁੰਦਾ ਸੀ ਤੇ ਦੂਜਾ ਉਹਨਾਂ ਦੀ ਕਈ ਵਾਰ ਏਜ ਵੀ ਘੱਟ ਹੁੰਦੀ ਸੀ, ਤੀਜਾ ਮਤਲਬ ਕੁੜੀ ਘਬਰਾਈ ਵੀ ਹੋਇਆ ਕਰਦੀ ਸੀ ਤੇ ਇਸ ਕਰਕੇ ਮਾਮਾ ਜਿਹੜਾ ਇਹ ਸਾਰੀਆਂ ਰੀਤਾਂ ਕਰ ਲੈਂਦਾ ਹੁੰਦਾ ਸੀ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਵਿਆਹ ਤੋਂ ਪਿੱਛੋਂ ਰਿਸੈਪਸ਼ਨ ਦਾ ਰਿਵਾਜ ਬਿਲਕੁਲ ਨਵਾਂ ਹੈ। ਰਿਸੈਪਸ਼ਨ ਬਿਲਕੁਲ ਨਵਾਂ ਕੰਸੈਪਟ ਹੈਗਾ ਔਰ ਇਹ ਸ਼ਬਦ ਵੀ ਬਿਲਕੁਲ ਰਿੰਗ ਸੈਰਮਨੀ ਜਿੱਦਾਂ ਨਵਾਂ ਸ਼ਬਦ ਹੈ, ਇਦਾਂ ਹੀ ਰਿਸੈਪਸ਼ਨ ਵੀ ਇੰਗਲਿਸ਼ ਦਾ ਸ਼ਬਦ ਹੈ। ਤੇ ਇਸ ਤੋਂ ਇਲਾਵਾ ਅੱਜ ਕੱਲ ਕਈ ਵਿਆਹਾਂ ਵਿੱਚ ਕਈ ਵਿਆਹ ਮਾਂ-ਬਾਪ ਦੀ ਮਰਜ਼ੀ ਤੋਂ ਬਿਨਾਂ ਅਦਾਲਤਾਂ ਵਿੱਚ ਵੀ ਨੇਪਰੇ ਚੜ ਰਹੇ ਹਨ। ਇਹ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਦੇ ਹਾਲਾਤ। ਅਗਲਾ ਪ੍ਰਸ਼ਨ ਹੈਗਾ ਜੀ, ਵਿਆਹ ਕੇ ਲਿਆਉਣ ਪਿੱਛੋਂ ਮੁੰਡੇ ਦੇ ਘਰ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਹਨ। ਤਾਂ ਸਭ ਤੋਂ ਪਹਿਲੀ ਰਸਮ ਹੈਗੀ ਹੈ ਜੀ ਪਾਣੀ ਵਾਰਨਾ। ਮੁੰਡੇ ਦੇ ਘਰ ਪਹੁੰਚਣ ਉੱਤੇ ਮੁੰਡੇ ਦੀ ਮਾਂ ਸ਼ਗਨ ਦੀ ਥਾਲੀ ਲੈ ਕੇ ਨੂੰਹ ਪੁੱਤ ਨੂੰ ਲੈਣ ਜਾਂਦੀ ਹੈ। ਦਰਵਾਜ਼ੇ ਉੱਤੇ ਉਹ 7 ਵਾਰੀ ਪਾਣੀ ਵਾਰ ਕੇ ਮੂੰਹ ਨੂੰ ਲਾਉਂਦੀ ਹੈ, ਭਾਵ ਉਹ ਪੁੱਤ ਦੇ ਦੁੱਖ ਆਪਣੇ ਸਿਰ ਲੈਣ ਦੀ ਕੁਰਬਾਨੀ ਕਰਦੀ ਹੈ। ਮੁੰਡਾ ਉਸ ਨੂੰ ਰੋਕਦਾ ਹੈ। 7ਵੀਂ ਵਾਰ ਉਸ ਦੀਆਂ ਦਰਾਣੀਆਂ ਜਠਾਣੀਆਂ ਉਸ ਨੂੰ ਬਿਲਕੁਲ ਵੀ ਪਾਣੀ ਨਹੀਂ ਪੀਣ ਦਿੰਦੀਆਂ। ਦੂਜੀ ਰਸਮ ਹੈ ਘਰ ਆ ਕੇ ਮੂੰਹ ਦਿਖਾਈ। ਇਸ ਤੋਂ ਪਿੱਛੋਂ ਵਹੁਟੀ ਨੂੰ ਭਾਈਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਹਨ ਤੇ ਮੂੰਹ ਦੇਖਦੀਆਂ ਹਨ।
ਫਿਰ ਆ ਜਾਂਦੀ ਪੂਜਾ ਕਰਨੀ। ਦੂਜੇ ਦਿਨ ਸਵੇਰੇ ਲਾੜਾ ਤੇ ਲਾੜੀ ਪਿੱਤਰਾਂ ਸ਼ਹੀਦਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਕਰਨ ਵਾਸਤੇ ਜਾਂਦੇ ਹਨ। ਚੌਥਾ ਹੈਗਾ ਕੰਗਣਾ ਖੇਡਣਾ। ਇਸੇ ਸਮੇਂ ਸ਼ਾਮ ਨੂੰ ਕੰਗਣਾ ਖੇਡਣ ਦਾ ਰਿਵਾਜ ਹੈ ਤੇ ਕਈ ਥਾਵਾਂ ਉੱਤੇ ਛਟੀ ਖੇਡਣ ਦਾ ਵੀ ਰਿਵਾਜ ਹੈਗਾ। ਲਾੜਾ ਤੇ ਵਹੁਟੀ ਇੱਕ ਦੂਜੇ ਦੇ ਜਿਹਦੇ ਵਿੱਚ 7-7 ਛਟੀਆਂ ਇੱਕ ਦੂਜੇ ਦੇ ਮਾਰਦੇ ਹਨ। ਇਹਦੇ ਪਿੱਛੇ ਇੱਕ ਰਾਜ ਜਿਹੜਾ ਮੈਨੂੰ ਨਜ਼ਰ ਆਉਂਦਾ ਉਹ ਇਹ ਕਿ ਉਹ ਇੱਕ ਦੂਜੇ ਨੂੰ ਜਾਣ ਪਛਾਣ ਕਰ ਲੈਣ। ਇਸ ਤੋਂ ਇਲਾਵਾ ਲਾਸਟ ਜਿਹੜਾ ਪੁਆਇੰਟ ਆਦਾ ਪੇਟੀ ਖੁਲਾਈ। ਤੀਜੇ ਦਿਨ ਬਹੂ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ ਦਿਖਾਵਾ ਦਿਖਾਇਆ ਜਾਂਦਾ ਹੈ। ਬਹੂ ਦੀ ਛੋਟੀ ਨਨਾਣ ਪੇਟੀ ਖੋਲਦੀ ਹੈ ਤੇ ਪੇਟੀ ਖੁਲਾਈ ਬਦਲੇ ਮਨ ਭਾਉਂਦਾ ਸੂਟ ਆਪਣੇ ਲਈ ਕੱਢ ਲੈਂਦੀ ਹੈ। ਹਾਂਜੀ ਬੱਚਿਓ, ਅਗਲਾ ਪ੍ਰਸ਼ਨ ਆ ਜਾਂਦਾ ਜੀ, ਜੀਵ ਦੀ ਮੌਤ ਹੋਣ ਤੇ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਹਨ? ਤੇ ਉੱਤਰ ਹੈਗਾ ਵਿਅਕਤੀ ਦੇ ਪ੍ਰਾਣ ਤਿਆਗਣ ਤੋਂ ਪਿੱਛੋਂ। ਸਭ ਤੋਂ ਪਹਿਲਾਂ ਕੀ ਹੁੰਦਾ? ਵਿਅਕਤੀ ਦੇ ਪ੍ਰਾਣ ਤਿਆਗਣ ਤੋਂ ਪਿੱਛੋਂ ਤ੍ਰੀਮਤਾਂ ਯਾਨੀ ਕਿ ਔਰਤਾਂ ਘਰ ਵਿੱਚ ਵੈਣ ਪਾਉਣ ਲੱਗ ਜਾਂਦੀਆਂ ਹਨ। ਵੈਣ ਪਾਉਣ ਦਾ ਮਤਲਬ ਰੋਣ ਲੱਗ ਜਾਂਦੀਆਂ ਹਨ। ਤੇ ਮਰਦ ਫੁਹੜੀ ਵਿਛਾ ਕੇ ਬੈਠ ਜਾਂਦੇ ਹਨ। ਫੁਹੜੀ ਉਸ ਚਾਦਰ ਨੂੰ ਕਿਹਾ ਜਾਂਦਾ ਜਿਹੜੀ ਥੱਲੇ ਵਿਛਾਈ ਜਾਂਦੀ। ਸਾਰੇ ਉਸ ਦੇ ਚੰਗੇ ਅਮਲਾਂ ਦੀ ਤਾਰੀਫ ਤੇ ਸਿਫਤਾਂ ਕਰਦੇ ਹਨ। ਫਿਰ ਮ੍ਰਿਤਕ ਨੂੰ ਆਖਰੀ ਇਸ਼ਨਾਨ ਕਰਵਾਇਆ ਜਾਂਦਾ ਹੈ। ਜੇ ਇਸਤਰੀ ਸੁਹਾਗਣ ਮਰੀ ਹੋਵੇ ਤਾਂ ਉਸ ਨੂੰ ਵਹੁਟੀ ਵਾਂਗ ਸਜਾ ਕੇ ਅੰਤਮ ਯਾਤਰਾ ਲਈ ਤਿਆਰ ਕਰਦੇ ਹਨ। ਉਧਰ ਅਰਥੀ ਤਿਆਰ ਕਰ ਲਈ ਜਾਂਦੀ ਹੈ। ਅਰਥੀ ਵਾਸਤੇ ਬਾਂਸ ਜਾਂ ਬੇਰੀ ਦੀ ਲੱਕੜੀ ਵਰਤੀ ਜਾਂਦੀ ਹੈ। ਇਹ ਵੀ ਕੁਐਸਚਨ 1 ਨੰਬਰ ਦਾ ਹੈਗਾ ਜੀ, ਤੇ ਕਿਹੜੀ ਲੱਕੜ ਵਰਤੀ ਜਾਂਦੀ ਹੈ। ਘਰ ਤੋਂ ਸਿਵਿਆਂ ਨੂੰ ਤੁਰਨ ਸਮੇਂ ਰਸਮੀ ਤੌਰ ਤੇ ਉਸ ਦੀ ਮ੍ਰਿਤਕ ਦੇਹੀ ਤੋਂ ਪੈਸੇ ਵਾਰ ਕੇ ਉਸ ਦਾ ਭਾੜਾ ਉਤਾਰ ਲਿਆ ਜਾਂਦਾ ਹੈ। ਅੱਧ ਮਾਰਗ ਤੋਂ ਪਿੱਛੋਂ ਇਸਤਰੀਆਂ ਉੱਥੇ ਬੈਠ ਜਾਂਦੀਆਂ ਹਨ ਤੇ ਜਿਹੜੇ ਸ਼ਮਸ਼ਾਨ ਭੂਮੀ ਦੇ ਵਿੱਚ ਜਾਂਦੇ ਸਿਰਫ ਸ਼ਮਸ਼ਾਨ ਭੂਮੀ ਵਿੱਚ ਪਹੁੰਚ ਕੇ ਮ੍ਰਿਤਕ ਦੇਹੀ ਜਿਹੜੀ ਹੁੰਦੀ ਹੈ ਉਸ ਨੂੰ ਚਿਖਾ ਉੱਤੇ ਲਿਟਾ ਦਿੱਤਾ ਜਾਂਦਾ ਹੈ। ਮਤਲਬ ਉਸ ਮੁਰਦੇ ਨੂੰ ਚਿਖਾ ਦੇ ਉੱਤੇ ਲਿਟਾ ਲਿਆ ਜਾਂਦਾ ਹੈ। ਇਸ ਤੋਂ ਪਿੱਛੋਂ ਵੱਡਾ ਪੁੱਤਰ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਸੱਜਿਓਂ ਖੱਬੇ ਨੂੰ ਇੱਕ ਗੇੜਾ ਕੱਢਦਾ ਹੋਇਆ ਚਿਖਾ ਨੂੰ ਲਾਂਬੂ ਲਾ ਦਿੰਦਾ ਹੈ। ਲਾਂਬੂ ਉਸ ਅੱਗ ਨੂੰ ਕਹਿੰਦੇ ਨੇ ਜੋ ਹੱਥ ਦੇ ਵਿੱਚ ਫੜੀ ਹੁੰਦੀ ਹੈ ਇੱਕ। ਤੇ ਫਿਰ ਅੱਗ ਲੱਗ ਜਾਣ ਤੇ ਅਰਥੀ ਨਾਲ ਆਏ ਸਾਰੇ ਆਦਮੀ ਦੂਰ ਖਲੋ ਜਾਂਦੇ ਹਨ। ਜਦ ਚਿਖਾ ਜਲ ਕੇ ਮੁਰਦੇ ਦੀ ਖੋਪੜੀ ਦਿਖਾਈ ਦਿੰਦੀ ਹੈ ਤਾਂ ਕੋਈ ਆਦਮੀ ਅਰਥੀ ਦਾ ਡੰਡਾ ਕੱਢ ਕੇ ਮੁਰਦੇ ਦੀ ਖੋਪਰੀ ਠਕੋਰਦਾ ਹੈ, ਭਾਵ ਤੋੜ ਦਿੰਦਾ ਹੈ। ਇਸ ਕੰਮ ਨੂੰ ਕਪਾਲ ਕਿਰਿਆ ਕਹਿੰਦੇ ਹਨ। ਇਹ ਵੀ ਤੁਹਾਡਾ 1 ਨੰਬਰ ਦਾ ਕੁਐਸਚਨ ਹੈ। ਇਸ ਪਿੱਛੋਂ ਬੰਦੇ ਵਾਪਸ ਤੁਰ ਪੈਂਦੇ ਹਨ। ਸਾਰੇ ਆਦਮੀ ਇਹਨਾਂ ਚਿੰਨ੍ਹਾਂ ਰਾਹੀਂ ਮੁਰਦੇ ਨਾਲ ਆਪਣੇ ਸੰਬੰਧ ਤੋੜਦੇ ਹਨ। ਕਈ ਵਾਰ ਕੋਈ ਡੱਕਾ ਤੋੜਦੇ ਹਨ, ਕਈ ਵਾਰ ਕੋਈ ਕੰਡਾ ਤੋੜਦੇ ਹਨ, ਕੋਈ ਪਿੱਤ ਦੀ ਨਿੰਮ ਦੀ ਪੱਤੀ ਜਿਹੜੀ ਆ ਉਹਨੂੰ ਚਬਾ ਕੇ ਉਸ ਨੂੰ ਨਿੰਮ ਤੋਂ ਵੀ ਕੌੜਾ ਦੱਸ ਕੇ ਚਲੇ ਜਾਂਦੇ ਹਨ। ਰਸਤੇ ਵਿੱਚ ਸਾਰੇ ਹੱਥ ਮੂੰਹ ਧੋਂਦੇ ਹਨ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਹੁੰਦਾ ਮੌਤ ਦੇ ਤੀਜੇ ਦਿਨ ਮੁਰਦੇ ਦੇ ਫੁੱਲ ਚੁਗੇ ਜਾਂਦੇ ਹਨ। ਫੁੱਲਾਂ ਨੂੰ ਜਿਹੜੇ ਹਰਿਦੁਆਰ ਜਾਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਤੇ ਫਿਰ ਹੰਗਾਮੇ ਦੇ ਸਮੇਂ ਇੱਕ ਰਸਮ ਦਸਤਾਰਬੰਦੀ ਕੀਤੀ ਜਾਂਦੀ ਹੈ। ਭਾਈਚਾਰੇ ਦੀ ਹਾਜ਼ਰੀ ਵਿੱਚ ਵੱਡਾ ਪੁੱਤਰ ਆਪਣੇ ਸਹੁਰਿਆਂ ਵੱਲੋਂ ਦਿੱਤੀ ਪੱਗ ਬੰਨ ਲੈਂਦਾ ਹੈ ਤੇ ਇਸ ਤਰ੍ਹਾਂ ਆਪਣੇ ਪਿਤਾ ਦਾ ਵਾਰਿਸ ਬਣ ਜਾਂਦਾ ਹੈ। ਇਹ ਤੁਹਾਡੇ ਹੁਣ ਅਗਲਾ ਕੁਐਸਚਨ ਹੈਗਾ ਪ੍ਰਸ਼ਨ ਨੰਬਰ ਗੱਗਾ। ਪੰਜਾਬ ਦੇ ਰਸਮ ਰਿਵਾਜਾਂ ਦੇ ਪੱਖੋਂ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿੱਚ ਕੀ ਭਿੰਨਤਾ ਪਾਈ ਜਾਂਦੀ ਹੈ? ਤੇ ਆਪਾਂ ਦੇਖ ਸਕਦੇ ਹਾਂ ਕਿ ਉੱਤਰ ਵਿੱਚ ਪੰਜਾਬ ਵਿੱਚ ਸਿੱਖ, ਹਿੰਦੂ ਅਤੇ ਮੁਸਲਮਾਨ 3 ਪ੍ਰਮੁੱਖ ਭਾਈਚਾਰੇ ਹਨ। ਭਾਵੇਂ ਇਹ 3 ਭਾਈਚਾਰੇ ਜਨਮ, ਵਿਆਹ ਤੇ ਮਰਨ ਵਰਗੇ ਰਸਮ ਕਰਦੇ ਹਨ, ਫਿਰ ਵੀ ਇਹਨਾਂ ਵਿੱਚ ਕਾਫੀ ਭਿੰਨਤਾ ਜਿਹੜੀ ਆ ਉਹ ਦੇਖੀ ਜਾਂਦੀ ਹੈ। ਸਭ ਤੋਂ ਪਹਿਲਾਂ ਆਉਂਦੇ ਜਨਮ ਸੰਸਕਾਰ। ਭਾਵੇਂ ਜਨਮ ਦੀਆਂ ਰਸਮਾਂ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ ਹੈ ਤਿੰਨਾਂ ਭਾਈਚਾਰਿਆਂ ਦੇ ਵਿੱਚ, ਠੀਕ ਹੈ ਜੀ, ਫਿਰ ਵੀ ਨਾਮਕਰਨ ਸੰਸਕਾਰ ਹਰ ਭਾਈਚਾਰਾ ਆਪਣੇ ਆਪਣੇ ਧਰਮ ਗ੍ਰੰਥਾਂ ਨੂੰ ਖੋਲ ਕੇ ਉਸ ਦਾ ਬੱਚੇ ਦਾ ਨਾਮ ਜਿਹੜਾ ਰੱਖਦਾ। ਫਿਰ ਆ ਜਾਂਦੇ ਧਰਮ ਸੰਸਕਾਰ। ਧਰਮ ਸੰਸਕਾਰ ਵਿੱਚ ਸਿੱਖ ਆਪਣੇ ਬੱਚਿਆਂ ਨੂੰ ਅੰਮ੍ਰਿਤਪਾਨ ਕਰਾਉਂਦੇ ਹਨ। ਹਿੰਦੂ ਭਾਈਚਾਰੇ ਵਿੱਚ ਜਨੇਊ ਜਿਹੜਾ ਹੈ ਉਹ ਪਾਇਆ ਜਾਂਦਾ ਹੈ, ਪਰ ਮੁਸਲਮਾਨ ਅੰਮ੍ਰਿਤਪਾਨ ਜਾਂ ਜਨੇਊ ਕਰਨ ਦੀ ਥਾਂ ਸੁੰਨਤ ਦੀ ਰਸਮ ਅਦਾ ਕਰਦੇ ਹਨ। ਵਿਆਹ ਸੰਸਕਾਰ। ਜਿਵੇਂ ਆਪਾਂ ਦੇਖ ਸਕਦੇ ਸਿੱਖ ਭਾਈਚਾਰੇ ਦੇ ਵਿੱਚ ਵਿਆਹ ਵਿੱਚ 4 ਲਾਵਾਂ ਪੜ੍ਹ ਕੇ ਆਨੰਦ ਕਾਰਜ ਕੀਤਾ ਜਾਂਦਾ ਹੈ। ਇਹ 4 ਲਾਵਾਂ ਦਾ ਪਾਠ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੀਤਾ ਜਾਂਦਾ, ਇਸ ਨੂੰ ਆਨੰਦ ਕਾਰਜ ਕਿਹਾ ਜਾਂਦਾ। ਹਿੰਦੂ ਭਾਈਚਾਰੇ ਵਿੱਚ ਅਗਨੀ ਦੇ ਦੁਆਲੇ 7 ਫੇਰੇ ਲਏ ਜਾਂਦੇ ਹਨ, ਤੇ ਪਰ ਮੁਸਲਿਮ ਭਾਈਚਾਰੇ ਦੇ ਵਿੱਚ ਨਿਕਾਹ ਪੜਿਆ ਜਾਂਦਾ ਹੈ ਤੇ ਉੱਥੇ ਕਬੂਲ ਕਰਵਾਇਆ ਜਾਂਦਾ। ਇਸੇ ਤਰੀਕੇ ਨਾਲ ਲਾਸਟ ਦੇ ਵਿੱਚ ਆ ਜਾਂਦਾ ਵਾ ਮਰਨ ਸੰਸਕਾਰ। ਸਿੱਖ ਅਤੇ ਹਿੰਦੂ ਭਾਈਚਾਰੇ ਵਿੱਚ ਪੰਜਾਬ ਵਿੱਚ ਮੌਤ ਹੋ ਜਾਵੇ ਤਾਂ ਮੁਰਦੇ ਨੂੰ ਅਗਨ ਭੇਂਟ ਕੀਤਾ ਜਾਂਦਾ ਹੈ, ਪਰ ਜਿੱਥੋਂ ਤੱਕ ਮੁਸਲਿਮ ਭਾਈਚਾਰੇ ਦਾ ਸੰਬੰਧ ਹੈ ਤੇ ਮੌਤ ਉਪਰੰਤ ਮ੍ਰਿਤਕ ਦੇਹੀ ਨੂੰ ਅਗਨੀ ਭੇਂਟ ਦੀ ਥਾਂ ਦਫਨਾਉਣਾ ਦਾ ਰਿਵਾਜ ਹੈ। ਠੀਕ ਹੈ ਜੀ। ਤਾਂ ਇਹ ਹੋ ਗਿਆ ਸਾਡਾ ਲੈਸਨ ਨੰਬਰ 3 ਸਮਾਪਤ। ਅਗਲੇ ਲੈਸਨ ਵਿੱਚ ਆਪਾਂ ਮਿਲਾਂਗੇ ਤੇ ਇਸੇ ਤਰੀਕੇ ਦੇ ਨਾਲ ਜਿਵੇਂ ਆਪਾਂ ਇਸ ਦੇ ਵਿੱਚ ਪ੍ਰਸ਼ਨ ਉੱਤਰ ਕੀਤੇ ਨੇ ਇਸੇ ਤਰੀਕੇ ਨਾਲ ਅਗਲੇ ਲੈਸਨ ਵੀ ਮੈਂ ਲੈ ਕੇ ਆਵਾਂਗਾ। ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਤੇ ਬੈਲ ਆਈਕਨ ਵੀ ਜਰੂਰ ਦਬਾਓ ਤਾਂ ਜੋ ਅਗਲੇ ਜਿਹੜੇ ਲੈਸਨ ਬਣਨ ਉਹ ਨਾਲ ਦੀ ਨਾਲ ਜਿੱਦਣ ਪਾਏ ਜਾਣ ਉਸੇ ਦਿਨ ਹੀ ਤੁਹਾਡੇ ਤੱਕ ਪਹੁੰਚ ਜਾਣ।
ਚਲੋ ਅਗਲੇ ਲੈਸਨ 'ਚ ਮਿਲਦੇ ਹਾਂ। ਓਕੇ, ਗੁੱਡ ਬਾਏ, ਸਤਿ ਸ੍ਰੀ ਅਕਾਲ।